ਇਹ ਨਾ ਕਿਸੇ ਪ੍ਰਕਾਰ ਦਾ ਨਸ਼ਾ ਹੈ। ਕਿਸੇ ਨੂੰ ਭੋਜਨ ਦਾ ਨਸ਼ਾ ਹੈ, ਕਿਸੇ ਨੂੰ ਸੌਣ ਦਾ ਨਸ਼ਾ ਹੈ, ਕਿਸੇ ਨੂੰ ਪਦਾਰਥ ਭੋਗਣ ਦਾ ਨਸ਼ਾ ਹੈ, ਕਿਸੇ ਨੂੰ ਇਸ ਸੰਸਾਰ ਦੇ ਅੰਦਰ ਦੌਲਤ ਦਾ ਨਸ਼ਾ ਹੈ। ਪਰ ਇਹਨਾਂ ਦੁਨੀਆ ਦੇ ਨਸ਼ਿਆਂ ਵਿੱਚੋਂ ਸਭ ਤੋਂ ਜੋ ਖਤਰਨਾਕ ਨਸ਼ਾ ਹੈ ਉਹ ਹੈ ਸੱਤਾ ਦਾ, ਰਾਜ ਦਾ। ਸਮੇਂ ਦੀ ਹਕੂਮਤ ਔਰੰਗਜ਼ੇਬ ਦੀ ਹੈ। ਔਰੰਗਜ਼ੇਬ ਕੋਲ ਦੌਲਤ ਵੀ ਹੈ, ਸ਼ੌਹਰਤ ਵੀ ਹੈ, ਰਾਜ ਭਾਗ ਵੀ ਹੈ ਤੇ ਅੱਤ ਦਾ ਨਸ਼ਾ ਵੀ ਹੈ। ਜਦੋਂ ਰਾਜ ਦਾ ਨਸ਼ਾ ਹੋਵੇ ਮਨੁੱਖ ਨੂੰ, ਉਸ ਸਮੇਂ ਮਨੁੱਖ ਨੂੰ ਆਪਣੇ ਤੇ ਪਰਾਏ ਦੀ ਪਹਿਚਾਣ ਦੀ ਸਮਝ ਨਹੀਂ ਰਹਿੰਦੀ, ਚੰਗੇ ਤੇ ਮਾੜੇ ਦੀ ਸੋਝੀ ਨਹੀਂ ਰਹਿੰਦੀ। ਹੁਣ ਔਰੰਗਜ਼ੇਬ ਇਹ ਸਮਝਦਾ ਸੀ ਵੀ ਸ਼ਾਇਦ ਮੈਂ ਸਾਰੀ ਲੋਕਾਈ ਨੂੰ ਇਸਲਾਮ ਵਿੱਚ ਲੈ ਕੇ ਖੁਦਾ ਦੀ ਖੁਸ਼ੀ ਹਾਸਲ ਕਰ ਲਵਾਂਗਾ, ਤੇ ਉਹਨੇ ਯਤਨ ਕਰਨੇ ਸ਼ੁਰੂ ਵੀ ਕਰ ਦਿੱਤੇ। ਉਹਨੇ ਹਿੰਦੁਸਤਾਨ ਦੇ ਵੱਡੇ ਵੱਡੇ ਮੰਦਰਾਂ ਨੂੰ ਢਾਉਣਾ ਸ਼ੁਰੂ ਕੀਤਾ, ਉੱਥੇ ਮਸੀਤਾਂ ਬਣਾਉਣੀਆਂ ਸ਼ੁਰੂ ਕੀਤੀਆਂ, ਹਿੰਦੂ ਵੀਰਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ, ਆਏ ਦਿਨ ਜੰਝੂ ਲਾਉਣੇ ਸ਼ੁਰੂ ਕਰ ਦਿੱਤੇ। ਰਾਜ ਦੇ ਨਸ਼ੇ ਵਿੱਚ ਅੰਨਾ ਹੋਇਆ। ਦੂਸਰਾ, ਇਹ ਮਨ ਵਿੱਚ ਖਿਆਲ ਲੈ ਕੇ ਵੀ ਸਾਰੀ ਦੁਨੀਆ ਵਿੱਚ ਇਸਲਾਮ ਦਾ ਝੰਡਾ ਉੱਚਾ ਹੋਵੇਗਾ, ਇਸਲਾਮ ਦਾ ਬੋਲਬਾਲਾ ਹੋਵੇਗਾ, ਇਸ ਕਰਕੇ ਦੁਨੀਆ ਦੇ ਵਿੱਚ ਹਰ ਪਾਸੇ ਇਸਲਾਮ ਦੀ, ਅੱਲਾਹ ਦੀ ਆਵਾਜ਼ ਹੋਵੇਗੀ। ਇਸ ਮਕਸਦ ਨੂੰ ਲੈ ਕੇ ਉਹਨੇ ਬੜੀ ਕਤਲੋ ਗਾਰਤ ਹਿੰਦੁਸਤਾਨ ਦੀ ਧਰਤੀ 'ਤੇ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਬੜੇ ਮੁਗਲ ਆਏ ਨੇ, ਬਾਦਸ਼ਾਹ ਆਏ, ਪਰ ਇੰਨੀ ਕਤਲੋ ਗਾਰਤ ਉਹਨਾਂ ਨੇ ਨਹੀਂ ਕੀਤੀ ਜਿੰਨੀ ਔਰੰਗਜ਼ੇਬ ਨੇ ਕੀਤੀ। ਹੁਣ ਉਸ ਦੀ ਕਤਲੋ ਗਾਰਤ ਤੋਂ ਡਰੇ ਹੋਏ ਹਿੰਦੂ ਵੀਰ ਜਿਹੜੇ ਨੇ, ਬ੍ਰਾਹਮਣ ਲੋਕ, ਕਸ਼ਮੀਰ ਦੀ ਧਰਤੀ 'ਤੇ ਰਹਿਣ ਵਾਲੇ, ਉਹਨਾਂ ਨੇ ਵੇਖਿਆ ਵੀ ਇਸ ਤਰ੍ਹਾਂ ਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਧਰਮ ਜਿਹੜਾ ਹੈ ਉਹ ਬਿਲਕੁਲ ਨਹੀਂ ਬਚੇਗਾ, ਬਿਲਕੁਲ ਖਤਮ ਹੋ ਜਾਵੇਗਾ। ਇਹਨੂੰ ਬਚਾਉਣ ਵਾਸਤੇ ਕੋਈ ਨਾ ਕੋਈ ਵੱਡਾ ਪੁਰਖ ਜਿਹੜਾ ਇਹ ਜ਼ੁਰਤ ਰੱਖਦਾ ਹੋਵੇ ਕਿ ਔਰੰਗਜ਼ੇਬ ਦੇ ਸਾਹਮਣੇ ਖਲੋ ਕੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੇ ਉਹਨੂੰ ਕਹਿ ਸਕਦਾ ਹੋਵੇ, ਜਦੋਂ ਕਦੀ ਬਾਬੇ ਨਾਨਕ ਨੇ ਆਖਿਆ ਸੀ ਐ ਬਾਬਰ ਤੂੰ ਜਾਬਰ ਹੈ, ਬਾਬਰ ਨੂੰ ਜਾਬਰ ਕਹਿਣ ਵਾਲਾ ਹੋਵੇ, ਉਹ ਕੇਵਲ ਗੁਰੂ ਨਾਨਕ ਦਾ ਘਰ ਸੀ। फिर उठी सदा तौहीद की, पंजाब से एक मर्द कामल ने जगाया, हिंदुस्तान को ख्वाब से। ये इकबाल ने आख्या एक मर्द सी बाबा नानक जिन्हें पंजाब की धरती दे विचों ये आवाज़ बुलंद की ते गुलाम होए लोगों को जगाउणा शुरू कर दिता सी। हौली हौली लोग जागने शुरू होए सन। ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸੀ ਵੀ ਬਾਬੇ ਨਾਨਕ ਦਾ ਘਰ ਐਸਾ ਹੈ ਜਿਹੜਾ ਇਹਨਾਂ ਰਾਜਸੀ ਲੋਕਾਂ ਅੱਗੇ ਝੁਕਦਾ ਨਹੀਂ ਹੈ, ਬਲਕਿ ਇਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਜਾਣਦਾ। ਉਹ ਲੋਕ ਕਸ਼ਮੀਰ ਤੋਂ ਚੱਲ ਕੇ ਤੇ ਆਨੰਦਪੁਰੀ ਵਿੱਚ ਆਏ। ਦੁਖੀ ਬਿਪਰ ਜਦ ਚੱਲ ਕੇ ਆਏ ਪੁਰੀ ਆਨੰਦ, ਬਾਂਹ ਸਾਡੀ ਪਕੜੀ ਹੈ ਗੁਰੂ ਹਰਗੋਬਿੰਦ ਕੇ ਚੰਦ। ਹੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚੰਦ, ਗੁਰੂ ਤੇਗ ਬਹਾਦਰ ਮਹਾਰਾਜ ਜੀਓ ਤੁਹਾਡੇ ਚਰਨਾਂ ਵਿੱਚ ਆਏ ਹਾਂ, ਸਾਡੀ ਬਾਂਹ ਫੜ ਲਓ, ਨਹੀਂ ਤੇ ਸਾਡਾ ਧਰਮ ਅੱਜ ਖਤਰੇ ਵਿੱਚ ਹੈ, ਸਾਨੂੰ ਮਿਟਾ ਦਿੱਤਾ ਜਾਵੇਗਾ, ਖਤਮ ਕਰ ਦਿੱਤਾ ਜਾਵੇਗਾ। ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਿਲਕੁਲ ਨਾਲ ਉਸ ਸਮੇਂ ਗੋਬਿੰਦ ਰਾਏ ਜੀ ਬੈਠੇ, 9 ਸਾਲ ਦੀ ਉਮਰ ਹੈ। ਪੁੱਛਿਆ ਪਿਤਾ ਜੀ ਕੌਣ ਨੇ? ਕਹਿਣ ਲੱਗੇ ਇਹ ਕਸ਼ਮੀਰੀ ਬ੍ਰਾਹਮਣ ਨੇ, ਦੁਖੀ ਨੇ, ਇਹਨਾਂ ਦਾ ਧਰਮ ਅੱਜ ਖਤਰੇ ਵਿੱਚ ਹੈ। ਪਿਤਾ ਜੀ ਇਹਨਾਂ ਦਾ ਧਰਮ ਬਚੇਗਾ ਕਿਵੇਂ? ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ ਕੋਈ ਵੱਡਾ ਭਾਰੀ ਪੁਰਖ ਜੇ ਕੁਰਬਾਨੀ ਦੇਵੇ ਤੇ ਇਹਨਾਂ ਦਾ ਧਰਮ ਬਚ ਸਕਦਾ ਹੈ। ਗੋਬਿੰਦ ਰਾਏ ਜੀ ਨੇ ਆਖਿਆ ਫਿਰ ਤੁਹਾਡੇ ਤੋਂ ਵੱਡਾ ਹੋਰ ਭਾਰੀ ਪੁਰਖ ਕਿਹੜਾ ਹੋ ਸਕਦਾ ਹੈ? ਗੁਰੂ ਤੇਗ ਬਹਾਦਰ ਮਹਾਰਾਜ ਜੀ ਮੁਸਕਰਾਏ ਤੇ ਮੁਸਕਰਾ ਕੇ ਇੱਕ ਬਚਨ ਆਖਿਆ, ਕਹਿ ਲਗੇ ਪੁੱਤਰ ਤੂੰ ਯਤੀਮ ਹੋ ਜਾਵੇਂਗਾ। ਤੇ ਇੱਕ ਬਚਨ ਕੀਤਾ ਗੋਬਿੰਦ ਰਾਏ ਜੀ, ਕਹਿਣ ਲੱਗੇ ਪਿਤਾ ਜੀ ਜੇ ਮੈਂ ਯਤੀਮ ਹੋ ਜਾਵਾਂਗਾ,
ਜੇ ਮੇਰੇ ਯਤੀਮ ਹੋਣ ਨਾਲ ਇਹ ਲੱਖਾਂ ਯਤੀਮ ਹੋਣ ਤੋਂ ਬਚ ਸਕਦੇ ਨੇ ਤੇ ਫਿਰ ਮੈਨੂੰ ਯਤੀਮ ਹੋਣਾ ਪ੍ਰਵਾਨ ਹੈ। ਲੱਖਾਂ ਯਤੀਮ ਹੋਣ ਤੋਂ ਬਚ ਸਕਦੇ ਨੇ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਉੱਥੇ ਬਚਨ ਕੀਤੇ ਜਿਹੜੇ ਕਸ਼ਮੀਰੀ ਪੰਡਤ ਚੱਲ ਕੇ ਆਏ ਸਨ। ਬੜੇ ਪਿਆਰੇ ਬੋਲ ਕਿਸੇ ਕਵੀ ਨੇ ਲਿਖੇ ਨੇ। ਸਤਿਗੁਰ ਬੋਲੇ ਉਸ ਸਮੇਂ ਇੱਕ ਬਚਨ ਕੀਤਾ, ਮੇਰੇ ਬੱਚਿਓ ਤੁਸੀਂ ਘਰੀ ਜਾਓ, ਆਪਣਾ ਸਿਰ ਦੇ ਕੇ ਸੱਤ ਬਚਾਵਾਂਗਾ ਮੈਂ। ਹਿੰਦੂ ਧਰਮ ਦੇ ਬੁਝ ਰਹੇ ਦੀਵੇ ਅੰਦਰ ਲਹੂ ਆਪਣਾ ਪਾਵਾਂਗਾ ਮੈਂ। ਤੁਸੀਂ ਘਬਰਾਇਓ ਨਾ, ਤੁਹਾਡੀ ਪੱਤ, ਤੁਹਾਡੀ ਇੱਜ਼ਤ, ਤੁਹਾਡੀ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਗੁਰੂ ਤੇਗ ਬਹਾਦਰ ਨੇ। ਤਾਂ ਹੀ ਇਹ ਬਾਗ ਵਸਦਾ ਤੇ ਫਲ ਰਿਹਾ ਹੈ। ਹਿੰਦੂ ਮੰਦਿਰਾਂ ਵਿੱਚ ਅੱਜ ਵੀ ਉਹਨਾਂ ਦੀਵਿਆਂ ਵਿੱਚ ਗੁਰੂ ਤੇਗ ਬਹਾਦਰ ਦਾ ਲਹੂ ਬਲ ਰਿਹਾ ਹੈ। ਅੱਜ ਵੀ ਤੁਸੀਂ ਵੇਖੋ ਉਹਨਾਂ ਮੰਦਿਰਾਂ ਵਿੱਚ ਜਿਨ੍ਹਾਂ ਵਿੱਚ ਕਦੀ ਟੱਲ ਖੜਕਣੇ ਬੰਦ ਹੋ ਗਏ ਸਨ, ਜਿਨ੍ਹਾਂ ਵਿੱਚ ਕਦੀ ਸ਼ੰਖ ਵੱਜਣੇ ਬੰਦ ਹੋ ਗਏ ਸਨ, ਜਿਨ੍ਹਾਂ ਵਿੱਚ ਕਦੀ ਜੰਝੂ ਲੈਂਦੇ ਸਨ, ਜਿਨ੍ਹਾਂ ਮੰਦਿਰਾਂ ਨੂੰ ਦਿਨ ਦਿਹਾੜੇ ਢਾਇਆ ਜਾਣ ਲੱਗ ਪਿਆ ਸੀ। ਯਾਦ ਰੱਖਣਾ, ਮੈਂ ਇਤਿਹਾਸ ਪੜ੍ਹ ਕੇ ਵੇਖਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਸਨ 1675 ਤੋਂ ਬਾਅਦ ਤੇ ਸਨ 1708 ਤੱਕ ਇੱਕ ਵੀ ਜੰਝੂ ਫਿਰ ਲੱਥਾ ਨਹੀਂ। ਬਾਅਦ ਵਿੱਚ ਇਤਿਹਾਸ ਵਿੱਚ ਜ਼ਿਕਰ ਨਹੀਂ ਆਇਆ ਵੀ ਫਿਰ ਔਰੰਗਜ਼ੇਬ ਨੇ ਕਦੀ ਜੰਝੂ ਲਾਇਆ ਹੋਵੇ। ਪੜ੍ਹ ਕੇ ਵੇਖ ਲਓ ਤੁਸੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਹਿ ਦਿੱਤਾ, ਤੁਸੀਂ ਘਬਰਾਓ ਨਾ, ਹੁਣ ਮੈਂ ਤੁਹਾਡੀ ਰੱਖਿਆ ਕਰਾਂਗਾ। ਜਾਓ ਕਹਿ ਦਿਓ ਸ਼ੇਰ ਅਫਗਾਨ ਨੂੰ ਵੀ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੋ, ਸਾਰਾ ਦੇਸ਼ ਮੁਸਲਮਾਨ ਬਣ ਜਾਵੇਗਾ। ਕਹਿਣ ਲੱਗੇ, ਕਸ਼ਮੀਰੀ ਪੰਡਤ ਚਲੇ ਗਏ। ਸ਼ੇਰ ਅਫਗਾਨ ਨੂੰ ਕਹਿ ਦਿੱਤਾ ਉਹਨੇ, ਔਰੰਗਜ਼ੇਬ ਨੂੰ ਆਖਿਆ। ਹੁਣ ਔਰੰਗਜ਼ੇਬ ਦੇ ਮਨ ਵਿੱਚ ਪਹਿਲਾਂ ਹੀ ਖਿਆਲ ਸੀ ਵੀ ਇਹ ਦਿਨੋਂ ਦਿਨ ਇਹ ਰਾਜ ਜਿਹੜਾ ਹੈ ਸਿੱਖਾਂ ਦਾ ਵੱਧ ਰਿਹਾ ਹੈ, ਗੁਰੂਆਂ ਦੀ ਤਾਕਤ ਵੱਧ ਰਹੀ ਹੈ। ਇਹ ਨਾ ਹੋਵੇ ਆਉਣ ਵਾਲੇ ਸਮੇਂ ਵਿੱਚ ਮੇਰਾ ਰਾਜ ਵੀ ਜਾਂਦਾ ਰਹੇ ਤੇ ਕਿਉਂ ਨਾ ਇਹਨਾਂ ਨੂੰ ਖਤਮ ਹੀ ਕਰ ਦਿੱਤਾ ਜਾਵੇ। ਉਹਨੇ ਗ੍ਰਿਫਤਾਰੀ ਦੇ ਆਰਡਰ ਦਿੱਤੇ। ਇੱਧਰੋਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਵਿਦਾਇਗੀ ਲੈਣੀ ਆਰੰਭ ਕਰ ਦਿੱਤੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਨ ਬਣਾ ਲਿਆ ਵੀ ਗ੍ਰਿਫਤਾਰੀ ਦੇ ਕੇ ਤੇ ਆਪਣਾ ਆਪਾ ਜਿਹੜਾ ਹੈ ਕੁਰਬਾਨ ਕਰਨਾ ਹੈ। ਅੱਜ ਸਮਾਂ ਕਦੀ ਜੰਝੂ ਅਸੀਂ ਪਾਇਆ ਨਹੀਂ ਸੀ ਪਹਿਲੇ ਜਾਮੇ ਵਿੱਚ, ਪਰ ਅੱਜ ਜੇ ਕਿਸੇ ਦਾ ਜੰਝੂ ਲਾ ਰਿਹਾ ਕੋਈ ਤੇ ਇਹ ਵੀ ਸਾਨੂੰ ਬਰਦਾਸ਼ਤ ਨਹੀਂ। ਅਸੀਂ ਨਾ ਜੰਝੂ ਪਾਉਂਦੇ ਹਾਂ, ਪਰ ਜੇ ਕੋਈ ਜਬਰੀ ਲਾਉਂਦਾ ਏ ਤੇ ਅਸੀਂ ਕਿਸੇ ਦਾ ਜੰਝੂ ਜਬਰੀ ਲੈਣ ਵੀ ਨਹੀਂ ਦਿੰਦੇ। ਮਹਾਰਾਜ ਦਾ ਬਚਨ ਆਉਂਦਾ ਬਾਣੀ ਵਿੱਚ, ਭੈ ਕਾਹੂ ਕੋ ਦੇਤ ਨ ਹੈ ਨਹਿ ਭੈ ਮਾਨਤ ਆਨ। ਕਹਿਣ ਲੱਗੇ, ਨਾ ਅਸੀਂ ਕਿਸੇ ਤੋਂ ਡਰਦੇ ਹਾਂ ਤੇ ਸਾਨੂੰ ਕੋਈ ਡਰਾਵੇ, ਅਸੀਂ ਉਹਦੇ ਡਰਾਵੇ ਅਧੀਨ ਨਹੀਂ ਚੱਲਦੇ ਤੇ ਨਾ ਕਦੀ ਕਿਸੇ ਨੂੰ ਡਰਾਉਂਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਜ ਚੱਲਣ ਲੱਗੇ ਨੇ 8 ਜੁਲਾਈ ਸਨ 1675। ਹੁਣ ਇੱਕ ਗੱਲ ਆਪਣੇ ਮਨ ਵਿੱਚ ਵਿਚਾਰ ਕੇ ਵੇਖਿਓ, ਸਵੇਰੇ ਅਸੀਂ ਸਾਰੇ ਕੰਮਕਾਰ ਕਰਨ ਵਾਲੇ ਹਾਂ। ਸਾਡੇ ਘਰਾਂ ਵਿੱਚੋਂ ਬੱਚੇ ਪੜ੍ਹਨ ਵਾਸਤੇ ਜਾਂਦੇ ਨੇ, ਸਕੂਲਾਂ ਵਿੱਚ ਕਾਲਜਾਂ ਵਿੱਚ ਪੜ੍ਹਨ ਵਾਸਤੇ ਜਾਂਦੇ ਨੇ। ਸਾਨੂੰ ਇਹ ਪਤਾ ਹੁੰਦਾ ਹੈ ਵੀ ਸ਼ਾਮ ਤੱਕ ਇਹਨਾਂ ਨੇ ਵਾਪਸ ਮੁੜ ਕੇ ਆ ਜਾਣਾ। ਅਸੀਂ ਆਪ ਵੀ ਕੰਮਾਂ 'ਤੇ ਜਾਂਦੇ ਹਾਂ, ਪਤਾ ਹੈ ਨਾ। ਸਾਡੇ ਜਦੋਂ ਘਰ ਦੇ ਜੀ ਮੁਖੀਏ ਕੋਈ ਦੁਕਾਨ 'ਤੇ ਜਾ ਰਿਹਾ, ਕੋਈ ਆਫਿਸ ਵਿੱਚ ਜਾ ਰਿਹਾ ਕੰਮ ਕਰਨ ਵਾਸਤੇ, ਸਾਨੂੰ ਪਤਾ ਹੈ ਵੀ ਸ਼ਾਮ ਨੂੰ ਇਹਨੇ ਵਾਪਸ ਮੁੜ ਜਾਣਾ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੁਰਨ ਲੱਗੇ ਨੇ, ਸਾਰਿਆਂ ਨੂੰ ਪਤਾ ਹੈ ਵੀ ਹੁਣ ਵਾਪਸ ਨਹੀਂ ਮੁੜਨਾ, ਸਾਰਿਆਂ ਨੂੰ ਪਤਾ ਹੈ। ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਗੋਬਿੰਦ ਰਾਏ ਜੀ ਉਸ ਸਮੇਂ ਨਾਂ ਹੈ, ਘੁੱਟ ਕੇ ਗਲਵੱਕੜੀ ਵਿੱਚ ਲਿਆ ਪਿਤਾ ਨੇ, ਨਾਲ ਅਸੀਸ ਦਿੱਤੀ, ਪੁੱਤਰ ਇਹਨਾਂ ਜ਼ਾਲਮਾਂ ਨੇ ਕੇਵਲ ਤੇਰੇ ਪਿਤਾ ਦਾ ਸਿਰ ਹੀ ਨਹੀਂ ਲੈਣਾ, ਬਲਕਿ ਪਤਾ ਨਹੀਂ ਕਿੰਨੇ ਕੁ ਸਿਰਾਂ ਦੀ ਅਜੇ ਲੋੜ ਪੈਣੀ ਹੈ। ਤੂੰ ਘਬਰਾਈ ਨਾ, ਤੂੰ ਡਰੀ ਨਾ, ਮੈਂ ਹਮੇਸ਼ਾ ਤੇਰੇ ਨਾਲ ਹਾਂ। ਦੂਜਾ ਉਸ ਸਮੇਂ ਮਿਲੇ ਨੇ ਮਾਤਾ ਗੁਜਰੀ ਜੀ ਨੂੰ। ਕਿੰਨਾ ਵੱਡਾ ਜ਼ਿਗਰਾ ਸੀ ਮਾਤਾ ਗੁਜਰੀ ਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ, ਗੁਜਰੀ ਅੱਜ ਮੈਂ ਤੇਰੇ ਸਾਹਮਣੇ ਇੱਕ ਬੜੀ ਵੱਡੀ ਪ੍ਰੀਖਿਆ ਪਾਉਣ ਲੱਗਾ ਹਾਂ, ਤੇ ਉਸ ਪ੍ਰੀਖਿਆ ਵਿੱਚ ਤੂੰ ਪਾਸ ਹੋ ਗਈ ਨਾ
ਤੇ ਸੱਚ ਜਾਣੀ, ਫਿਰ ਤੂੰ ਜ਼ਿੰਦਗੀ ਦੇ ਵਿੱਚ ਕਦੀ ਵੀ ਨਿਰਾਸ਼ ਨਹੀਂ ਹੋਵੇਂਗੀ, ਉਦਾਸ ਨਹੀਂ ਹੋਵੇਂਗੀ। ਮਾਤਾ ਗੁਜਰੀ ਨੇ ਆਖਿਆ, ਕਹਿ ਲੱਗੇ ਜਿਹੜਾ ਸਬਕ ਮੈਂ ਸਿੱਖਿਆ ਹੀ ਨਹੀਂ, ਉਸ ਵਿੱਚੋਂ ਪ੍ਰੀਖਿਆ ਵਿੱਚੋਂ ਪਾਸ ਕਿਵੇਂ ਹੋਵਾਂ। ਹੁਣ ਜਿਹੜਾ ਕਦੀ ਪੜ੍ਹਿਆ ਹੀ ਨਹੀਂ, ਅਗਰ ਉਹਦਾ ਕੋਈ ਸਵਾਲ ਆ ਜਾਵੇ ਤੇ ਜਵਾਬ ਦੇਣਾ ਔਖਾ ਹੈ। ਕਹਿਣ ਲੱਗੇ ਕਦੀ ਸਬਕ ਪੜ੍ਹਿਆ ਹੀ ਨਹੀਂ ਤੇ ਜਵਾਬ ਮੈਂ ਉਸ ਪ੍ਰੀਖਿਆ ਵਿੱਚੋਂ ਪਾਸ ਕਿਵੇਂ ਹੋਵਾਂਗੀ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ, ਮੇਰਾ ਸੀਸ ਚੱਲ ਕੇ ਆਨੰਦਪੁਰੀ ਵਿੱਚ ਆਵੇਗਾ, ਜੇ ਮੇਰੇ ਸੀਸ ਨੂੰ ਵੇਖ ਕੇ ਤੇਰੇ ਅੱਖਾਂ ਵਿੱਚ ਪਾਣੀ ਨਾ ਆਇਆ ਤੇ ਸਮਝ ਲਈ ਤੂੰ ਪ੍ਰੀਖਿਆ ਵਿੱਚੋਂ ਪਾਸ ਹੋ ਗਈ ਹੈ। ਜੇ ਅੱਖਾਂ ਵਿੱਚੋਂ ਪਾਣੀ ਨਾ ਆਇਆ, ਫਿਰ ਤੇਰੀ ਅੱਖਾਂ ਦੇ ਸਾਹਮਣੇ ਫਿਰ ਕਿੰਨੇ ਵੀ ਸਿੱਖ ਜਿਹੜੇ ਨੇ ਉਹ ਕੁਰਬਾਨੀ ਕਿਉਂ ਨਾ ਕਰ ਜਾਣ, ਪਰ ਤੂੰ ਉਹਨਾਂ ਨੂੰ ਹੌਸਲਾ ਦੇਵੇਂਗੀ, ਤੂੰ ਡੋਲੇਂਗੀ ਨਹੀਂ। ਔਰ ਸੱਚ ਜਾਣਿਓ, ਨਿੱਕੇ ਸਾਹਿਬਜ਼ਾਦੇ ਠੰਡੀਆਂ ਰਾਤਾਂ ਉਹਨਾਂ ਨੇ ਕੱਟੀਆਂ ਸਨ ਆਪਣੀ ਦਾਦੀ ਦੀ ਗੋਦ ਵਿੱਚ, ਪਰ ਕਦੀ ਉਹਨੇ ਆਪਣੇ ਪਤੀ ਨੂੰ ਵੇਖਿਆ ਸੀ ਮੈਦਾਨੇ ਜੰਗ ਵਿੱਚ ਜੂਝਦੇ, ਤੇ ਕਦੀ ਆਪਣੇ ਘਰ ਨੂੰ ਛੱਡਦੇ ਦਿੱਲੀ ਵੱਲ ਨੂੰ ਜਾਂਦੇ ਵੇਖਿਆ ਸੀ। ਬੜਾ ਵੱਡਾ ਹੌਸਲਾ ਸੀ ਉਸ ਮਾਤਾ ਗੁਜਰੀ ਦਾ। ਹੁਣ ਤੁਰਨ ਲੱਗੇ ਨੇ, ਨਾਲ 5 ਸਿੱਖ ਲਏ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ ਤੇ ਭਾਈ ਉਦਾ ਜੀ। ਇਹ 5 ਸਿੱਖ ਸਨ। ਜਦੋਂ ਚੱਲੇ ਮਹਾਰਾਜ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਆਗਰੇ ਦੀ ਧਰਤੀ ਤੇ ਜਾ ਕੇ ਮਹਾਰਾਜ ਨੇ ਗ੍ਰਿਫਤਾਰੀ ਦਿੱਤੀ, ਗ੍ਰਿਫਤਾਰ ਕਰ ਲਿਆ ਗਿਆ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਤੇ ਦਿੱਲੀ ਵਿਖੇ ਲਿਆਇਆ ਗਿਆ, ਜਿੱਥੇ ਅੱਜ ਕੱਲ੍ਹ ਚਾਂਦਨੀ ਚੌਂਕ ਹੈ। ਇੱਥੋਂ ਥੋੜ੍ਹੀ ਦੂਰੀ 'ਤੇ ਇੱਕ ਹਵੇਲੀ ਹੋਇਆ ਕਰਦੀ ਸੀ ਪੁਰਾਣੀ, ਤੇ ਬੜੀ ਡਰਾਉਣੀ ਹੁੰਦੀ ਸੀ। ਲੋਕਾਂ ਦਾ ਮੰਨਣਾ ਸੀ ਵੀ ਇੱਥੇ ਭੂਤ ਪ੍ਰੇਤ ਰਹਿੰਦੇ ਨੇ। ਉਹਨਾਂ ਲੋਕਾਂ ਨੇ ਕੀ ਕੀਤਾ, ਪਾਤਸ਼ਾਹ ਜੀ ਤੇ ਉਹ ਸਿੱਖਾਂ ਨੂੰ, 3 ਸਿੱਖਾਂ ਨੇ ਗ੍ਰਿਫਤਾਰੀ ਦਿੱਤੀ ਸੀ, 2 ਸਿੱਖਾਂ ਨੇ ਨਹੀਂ ਸੀ ਦਿੱਤੀ। ਉਹਦਾ ਕਾਰਨ ਸੀ ਭਾਈ ਉਦਾ ਜੀ ਤੇ ਭਾਈ ਗੁਰਦਿੱਤਾ ਜੀ ਨੇ ਗ੍ਰਿਫਤਾਰੀ ਨਹੀਂ ਦਿੱਤੀ। ਗੁਰੂ ਸਾਹਿਬ ਨੇ ਆਖਿਆ ਸੀ ਵੀ ਜਦੋਂ ਅਸੀਂ ਸ਼ਹੀਦ ਹੋ ਜਾਈਏ ਨਾ, ਤੇ ਤੁਸੀਂ ਆਨੰਦਪੁਰ ਜਾ ਕੇ ਖਬਰ ਦੇਣੀ ਹੈ। ਇਹ ਪਹਿਲਾਂ ਹੀ ਸਾਰੀ ਗੱਲ ਜਿਹੜੀ ਵਿਚਾਰ ਬਣਾਈ ਹੋਈ ਸੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਲ 3 ਸਿੱਖ ਉਹ ਡਰਾਉਣੀ ਜੀ ਹਵੇਲੀ ਵਿੱਚ ਬੰਦ ਕਰ ਦਿੱਤਾ। ਸਾਰੀ ਰਾਤ ਮਹਾਰਾਜ ਉੱਥੇ ਰਹੇ। ਹੁਣ ਜਿਹੜਾ ਦੀਨ ਦੁਨੀ ਦਾ ਪਾਤਸ਼ਾਹ ਇਹ ਕਹਿੰਦਾ ਹੋਵੇ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਉਹ ਕਿਵੇਂ ਡਰ ਸਕਦਾ ਸੀ। ਰਾਤ ਲੰਘੀ, ਅਗਲੇ ਦਿਨ ਉਹਨਾਂ ਕੀ ਕੀਤਾ, ਚਾਂਦਨੀ ਚੌਂਕ ਵਿੱਚ ਲੈ ਕੇ ਆਏ। ਉੱਥੇ ਇੱਕ ਪਿੰਜਰਾ ਪਿਆ ਹੋਇਆ ਸੀ। ਪਿੰਜਰਾ ਇਸ ਤਰੀਕੇ ਦਾ ਸੀ ਵੀ ਨਾ ਤੇ ਉਹਦੇ ਵਿੱਚ ਲੰਮਿਆ ਪਿਆ ਜਾ ਸਕਦਾ ਸੀ, ਨਾ ਬੈਠਿਆ ਜਾ ਸਕਦਾ ਸੀ, ਕਿਉਂਕਿ ਉਹਦੇ ਵਿੱਚ ਬੜੀਆਂ ਨੁਕੀਲੀਆਂ ਜਿਹੜੀਆਂ ਨੇ ਕਿੱਲਾਂ ਲੱਗੀਆਂ ਹੋਈਆਂ ਸਨ। ਨਾ ਹੀ ਪ੍ਰੋਪਰ ਖਲੋ ਸਕਦੇ ਸਨ, ਐਨ ਝੁੱਕ ਕੇ ਖਲੋਣਾ ਪੈਂਦਾ ਸੀ। ਕਿੰਨਾ ਸਮਾਂ ਉਸ ਪਿੰਜਰੇ ਵਿੱਚ ਖਲੋਤੇ ਰਹੇ। ਖੈਰ ਅਫਸੋਸ ਹੈ ਸਾਡੀ ਕੌਮ ਦਾ ਕਿ ਉਹ ਪਿੰਜਰਾ ਬਾਅਦ ਵਿੱਚ ਇਹਨਾਂ ਸਾਂਭਿਆ ਨਹੀਂ, ਉਹ ਕਬਾੜ ਦੇ ਵਿੱਚ ਹੀ ਇਹਨਾਂ ਨੇ ਵੇਚ ਦਿੱਤਾ। ਇਹ ਅਫਸੋਸ ਹੈ ਕਿ ਆਪਾਂ ਇੰਨੀਆਂ ਕੀਮਤੀ ਅਮੋਲਕ ਚੀਜ਼ਾਂ ਨਹੀਂ ਸਾਂਭ ਸਕੇ। ਜੇ ਅੱਜ ਉਹ ਪਿੰਜਰਾ ਹੁੰਦਾ ਤੇ ਆਪਣੇ ਬੱਚਿਆਂ ਨੂੰ ਅਸੀਂ ਵਿਖਾਉਂਦੇ। ਬੜੀਆਂ ਵਿਰਾਸਤੀ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਇਸ ਤਰ੍ਹਾਂ ਹੀ ਆਪਾਂ ਵਗਾ ਦਿੰਦੇ ਹਾਂ, ਜਿਨ੍ਹਾਂ ਦੀ ਕਦਰ ਕੀਮਤ ਸਾਨੂੰ ਨਹੀਂ ਪਤਾ। ਖੈਰ ਉਹ ਪਿੰਜਰੇ ਦੇ ਵਿੱਚ ਰੱਖਿਆ ਸਤਿਗੁਰੂ ਪਾਤਸ਼ਾਹ ਜੀ ਨੂੰ, ਨਾ ਜਲ ਨਾ ਪ੍ਰਸ਼ਾਦਾ। ਕਿੰਨਾ ਸਮਾਂ ਰੱਖਿਆ। ਜਦੋਂ ਉਹਨਾਂ ਨੇ ਵੇਖਿਆ ਵੀ ਮਹਾਰਾਜ ਪਾਤਸ਼ਾਹ ਜੀ ਫਿਰ ਵੀ ਉਹਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ, ਉਹਨਾਂ ਨੇ ਅਗਲਾ ਤਰੀਕਾ ਅਪਣਾਇਆ ਵੀ ਕਿਉਂ ਨਾ ਸਿੱਖ ਜਿਹੜਾ ਗੁਰੂ ਨੂੰ ਬੜਾ ਪਿਆਰਾ ਹੁੰਦਾ ਹੈ। ਤੁਸੀਂ ਅਰਦਾਸ ਕਰਦੇ ਹੋ ਨਾ, ਤੇ ਅਰਦਾਸ ਕਰਕੇ ਜਦੋਂ ਬਚਨ ਪੜ੍ਹਦੇ ਹੋ, ਦੂਸਰਾ ਪੈਰਾ ਕਦੀ ਪੜ੍ਹੋ, 5 ਪਿਆਰਿਆਂ 4 ਸਾਹਿਬਜ਼ਾਦਿਆਂ। ਅੱਛਾ, ਪਹਿਲਾਂ ਸਾਹਿਬਜ਼ਾਦਿਆਂ ਦਾ ਨਾਮ ਕਿਉਂ ਨਹੀਂ ਆਉਂਦਾ? ਕਿਉਂਕਿ ਗੁਰੂ ਨੂੰ ਸਿੱਖ ਪਿਆਰਾ ਹੈ, ਆਪਣੇ ਪੁੱਤਰਾਂ ਤੋਂ ਪਿਆਰਾ ਸਿੱਖ ਹੈ। ਪਹਿਲਾਂ ਪਿਆਰਿਆਂ ਦਾ ਨਾਮ ਆਇਆ, ਫਿਰ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਦਾ ਨਾਮ ਹੈ। ਇਹਦਾ ਮਤਲਬ ਗੁਰੂ ਨੂੰ ਆਪਣੇ ਤੋਂ ਪਿਆਰਾ ਸਿੱਖ ਹੈ। ਸਿੱਖੀ ਕਿੰਨੀ ਪਿਆਰੀ ਲੱਗਦੀ ਗੁਰੂ ਨੂੰ। ਹੁਣ ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਉਹ ਸਿੱਖ ਨੇ 3, ਉਹਨਾਂ ਨੂੰ ਖਤਮ ਕਰਨ ਦਾ ਹਕੂਮਤ ਨੇ ਜਿਹੜਾ ਐਲਾਨ ਕੀਤਾ ਵੀ ਇਹਨਾਂ 3 ਨੂੰ ਇੱਕ ਇੱਕ ਕਰਕੇ ਖਤਮ ਕਰ ਦਿਓ। ਜਦੋਂ ਸਿੱਖ ਦੇ ਸਾਹਮਣੇ ਗੁਰੂ ਹੋਵੇਗਾ, ਗੁਰੂ ਦੇ ਸਾਹਮਣੇ ਸਿੱਖ ਹੋਵੇਗਾ, ਤੇ ਗੁਰੂ ਤੋਂ ਵੇਖਿਆ ਨਹੀਂ ਜਾਣਾ, ਉਹਨੇ ਕਹਿਣਾ ਇਹਨਾਂ ਨੂੰ ਛੱਡ ਦਿਓ, ਅਸੀਂ ਧਰਮ ਬਦਲਣ ਲਈ ਤਿਆਰ ਹਾਂ ਆਪਣਾ। ਪਰ ਨਹੀਂ ਪਿਆਰਿਓ, ਉਹ ਸਿੱਖ ਵੀ ਅੰਦਰੋਂ ਅਡੋਲ ਸਨ। ਭਾਈ ਮਤੀ ਦਾਸ ਨੂੰ ਇਸ ਤਰ੍ਹਾਂ ਖਿਲਾਰ ਕੇ
ਆਰੇ ਦੇ ਥੱਲੇ ਸਰੀਰ ਦੇ 2 ਫਾੜ ਕਰਨੇ ਨੇ। ਹੁਣ ਇੱਕ ਗੱਲ ਥੋੜ੍ਹੀ ਹੋਰ ਸਮਝ ਲਿਓ, ਜਿਹੜੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੇ, ਇਹ ਦੋਵੇਂ ਭਰਾ ਨੇ, ਇਹ ਦੋਵੇਂ ਭਰਾ ਨੇ। ਇਹਨਾਂ ਦਾ ਜਿਹੜਾ ਪਿਛੋਕੜ ਹੈ ਨਾ, ਉਹ ਭਾਈ ਪਿਰਾਗਾ ਜੀ ਹੋਏ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖ। ਭਾਈ ਗੁਰਦਾਸ ਜੀ ਨੇ ਪ੍ਰਮੁੱਖ ਸਿੱਖਾਂ ਵਿੱਚ ਭਾਈ ਪਿਰਾਗਾ ਜੀ ਨੂੰ ਗਿਣਿਆ। ਇਹਨਾਂ ਦੇ ਵੱਡੇ ਵਡੇਰੇ ਨਾ ਜੇਲਮ ਪਾਕਿਸਤਾਨ ਦੇ ਰਹਿਣ ਵਾਲੇ ਨੇ। ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਉਹ ਭਾਈ ਪਿਰਾਗਾ ਜੀ ਦੀ ਕੁੱਲ ਵਿੱਚੋਂ ਨੇ। ਔਰ ਭਾਈ ਮਤੀ ਦਾਸ ਜਿਹੜੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦੀਵਾਨ ਸਨ। ਜਿਵੇਂ ਵਜ਼ੀਰ ਹੁੰਦਾ ਨਾ, ਇਸ ਤਰ੍ਹਾਂ ਦੀਵਾਨ ਸਨ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਭਾਈ ਮਤੀ ਦਾਸ ਨੂੰ ਭਾਈ ਜੀ ਕਿਹਾ ਕਰਦੇ ਸਨ। ਭਾਈ ਜੀ, ਭਰਾ ਕਹਿੰਦੇ ਸਨ, ਮੇਰਾ ਪਿਆਰਾ ਮਿੱਤਰ ਹੈ ਤੂੰ। ਇੰਨਾ ਪਿਆਰ ਸੀ ਭਾਈ ਮਤੀ ਦਾਸ ਨਾਲ। ਹੁਣ ਭਾਈ ਮਤੀ ਦਾਸ ਨੂੰ ਜਦੋਂ ਆਰੇ ਤੇ ਚੀਰਨ ਲੱਗੇ ਨਾ, ਇੱਕ ਬਾਬਾ ਕਬੀਰ ਜੀ ਦਾ ਸ਼ਬਦ ਹੁੰਦਾ ਹੈ ਬੜਾ ਪਿਆਰਾ, ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੌਕੋ ਕਾਹੇ ਕੋ ਮਾਰੇ, ਜਉ ਤਨ ਚੀਰੈ ਅੰਗ ਨਾ ਮੋਰੂ, ਪਿੰਡ ਪਰੈ ਤੋਂ ਪ੍ਰੀਤ ਨਾ ਤੋਰੂ। ਵੀ ਮੈਨੂੰ ਆਰਾ ਚੰਗਾ ਏ, ਪਰ ਮੈਨੂੰ ਆਪਣੇ ਮਾਲਕ ਦੀ ਪਿੱਠ ਚੰਗੀ ਨਹੀਂ। ਮੇਰੇ ਗੁਰੂ ਦਾ ਮੁਖ ਮੇਰੇ ਪਾਸੇ ਹੋਵੇ ਤੇ ਮੈਂ ਆਪਣਾ ਆਪਾ ਜਿਹੜਾ ਹੈ ਉਹ ਆਰੇ ਥੱਲੇ ਰੱਖ ਕੇ ਵੀ ਕੁਰਬਾਨ ਕਰ ਦੇਵਾਂਗਾ। ਹੁਣ ਜਦੋਂ ਆਰੇ ਨਾਲ ਲੱਗੇ ਨਾ ਚੀਰਨ, ਤੇ ਜ਼ਲਾਦ ਨੇ ਪੁੱਛਿਆ, ਕਹਿ ਲਗੇ ਮਤੀ ਦਾਸ, ਤੇਰੀ ਜ਼ਿੰਦਗੀ ਜਿਹੜੀ ਹੈ ਇੰਨੀ ਬੀਤ ਗਈ, ਕੁਝ ਸਮਾਂ ਹੋਰ ਰਹਿ ਗਿਆ, ਦੁਨੀਆ ਦੇ ਸੁੱਖ ਜਿਹੜੇ ਨੇ ਉਹਨਾਂ ਨੂੰ ਹੋਰ ਭੋਗ ਲੈ, ਕੀ ਕਰੇਂਗਾ ਐਵੇਂ ਮਰ ਕੇ? ਤੂੰ ਇਸਲਾਮ ਕਬੂਲ ਕਰ ਲੈ, ਤੈਨੂੰ ਦੁਨੀਆ ਦੀ ਹਰ ਇੱਕ ਚੀਜ਼ ਅਸੀਂ ਦਿਆਂਗੇ, ਨਹੀਂ ਤੇ ਫਿਰ ਆਰੇ ਥੱਲੇ ਆਪਣੇ ਆਪ ਨੂੰ ਚਰਵਾਉਣ ਵਾਸਤੇ ਤਿਆਰ ਹੋ ਜਾ। ਹੁਣ ਭਾਈ ਮਤੀ ਦਾਸ ਨੇ ਆਖਿਆ, ਵੀ ਪਿਆਰਿਆ, ਮੈਂ ਦੁਨੀਆ ਦੇ ਸਾਰੇ ਰਸ ਲੈ ਕੇ ਵੇਖ ਲਏ ਨੇ, ਮੇਰੇ ਕੋਲ ਧੀ ਪੁੱਤਰ ਭੈਣ ਭਰਾ ਸਾਰੇ ਨੇ, ਮੈਂ ਦੁਨੀਆ ਦੇ ਸਾਰੇ ਸੁੱਖ ਮਾਣ ਲਏ ਨੇ, ਪਰ ਆਰੇ ਦਾ ਰਸ ਨਹੀਂ ਮਾਣਿਆ। ਹੁਣ ਇੱਕ ਕਿਰਪਾ ਕਰਦੇ, ਆਰੇ ਦਾ ਰਸ ਵੀ ਮੈਨੂੰ ਦੇ, ਫਿਰ ਮੈਂ ਡਿਸਾਈਡ ਕਰਾਂਗਾ ਵੀ ਆਰੇ ਦਾ ਰਸ ਚੰਗਾ ਹੈ ਕਿ ਦੁਨੀਆ ਦੇ ਰਸ ਚੰਗੇ ਨੇ। ਹੁਣ ਭਾਈ ਮਤੀ ਦਾਸ ਜਦੋਂ ਆਰਾ ਲੱਗਾ ਨਾ ਸਿਰ 'ਤੇ ਚੱਲਣ, ਹੁਣ ਤੁਸੀਂ ਆਪ ਸੋਚ ਕੇ ਵੇਖੋ, ਕਿਤੇ ਚਾਕੂ ਘਰ ਦੇ ਵਿੱਚ ਹੱਥ ਨੂੰ ਵੱਜ ਜਾਵੇ ਤੇ ਸਾਡੀ ਹਾਲਤ ਕੀ ਹੁੰਦੀ ਹੈ? ਇਹ ਤੇ ਫਿਰ ਸਰੀਰ ਦੇ 2 ਫਾੜ ਹੋਣੇ ਨੇ। ਅੰਦਰੋਂ ਬਾਣੀ ਨਾਲ ਜੁੜੇ ਨੇ, ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਜਦੋਂ ਹੌਲੀ ਹੌਲੀ ਆਰਾ ਇੰਨਾ ਕੁ ਅੰਦਰ ਗਿਆ ਨਾ ਸਿਰ ਦੇ ਵਿੱਚ, ਤੇ ਖੂਨ ਦੀਆਂ ਫੁਹਾਰਾਂ ਫੁੱਟੀਆਂ, ਤੇ ਜ਼ਲਾਦ ਨੇ ਪੁੱਛਿਆ, ਅਜੇ ਵੀ ਸਮਾਂ ਹੈ? ਕਹਿੰਦਾ ਤੇ ਆਰਾ ਰੋਕ ਦਿੰਦੇ ਆ। ਉਹ ਕਹਿੰਦਾ, ਪਿਆਰਿਆ, ਆਰੇ ਦਾ ਤੇ ਰਸ ਹੀ ਬੜਾ ਵਧੀਆ, ਇਹੋ ਜਿਹਾ ਰਸ ਤੇ ਦੁਨੀਆ ਵਿੱਚ ਕਦੀ ਆਇਆ ਹੀ ਨਹੀਂ ਪਹਿਲਾਂ। ਹੁਣ ਉਹ ਆਰਾ ਫੇਰਦੇ ਜਾ ਰਹੇ ਨੇ, ਤੇ ਭਾਈ ਮਤੀ ਦਾਸ ਕਹਿ ਰਹੇ ਨੇ, ਆਰਾ ਪਿਆਰਾ ਲਗਤ ਹੈ, ਕਾਰਾ ਦਿਓ ਬਣਾਏ, ਸਿਰ ਜਾਂਦਾ ਏ ਤੇ ਜਾਏ, ਮੇਰਾ ਸਿੱਖ ਹੀ ਸਿਦਕ ਨਾ ਜਾਏ। ਮੇਰਾ ਸਿਦਕ ਨਹੀਂ ਜਾਣਾ ਚਾਹੀਦਾ, ਮੇਰਾ ਸਿਦਕ ਨਹੀਂ ਖੋ ਸਕਦੇ। ਕਿੰਨੀ ਅਡੋਲਤਾ ਹੈ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ। ਹੁਣ ਵਾਰੀ ਆਈ ਹੈ ਭਾਈ ਦਿਆਲਾ ਜੀ ਦੀ। ਭਾਈ ਦਿਆਲਾ ਜੀ ਕੌਣ ਨੇ? ਇਹ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਭਰਾ ਨੇ। ਭਾਈ ਮਨੀ ਸਿੰਘ ਉਹ ਨੇ ਜਿਨ੍ਹਾਂ ਨੇ ਆਪਣੇ ਘਰ ਦੇ ਘੱਟੋ ਘੱਟ 60 ਮੈਂਬਰ ਜਿਹੜੇ ਨੇ ਉਹ ਸ਼ਹੀਦ ਕਰਵਾਏ ਨੇ। 60 ਮੈਂਬਰ ਘਰ ਦੇ ਸਿੱਖੀ ਵਾਸਤੇ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਹੋਣੇ 60 ਦੇ, ਉਹ ਜਿਹੜੇ ਗਿਣਤੀ ਵਿੱਚ ਆਏ ਨੇ, ਬਾਕੀ ਖਰੇ ਕਿੰਨੇ ਹੋਏ ਹੋਣਗੇ? ਪੋਤਰੇ ਪੋਤਰੇ ਦੋਤਰੇ ਭਰਾ 10 ਭਰਾ 11 ਭਰਾ ਸਨ। ਇੱਕ ਬਚਪਨ ਵਿੱਚ ਚੜ੍ਹਾਈ ਕਰ ਗਿਆ, 10 ਦੇ 10 ਸ਼ਹੀਦ ਹੋਏ। ਅੱਗੋਂ ਫਿਰ 10 ਪੁੱਤਰ ਨੇ, 10 ਪੁੱਤਰ ਵੀ ਸ਼ਹੀਦ ਹੋਏ। ਭਾਈ ਮਨੀ ਸਿੰਘ ਦੇ ਭਰਾ ਨੇ ਭਾਈ ਦਿਆਲਾ ਜੀ, ਤੇ ਭਾਈ ਦਿਆਲਾ ਜੀ ਨੂੰ ਜਦੋਂ ਆਖਿਆ ਵੀ ਹੁਣ ਤੁਸੀਂ ਦੇਗ ਵਿੱਚ ਉਬਲਣ ਲਈ ਤਿਆਰ ਹੋ ਜਾਓ, ਤੇ ਭਾਈ ਦਿਆਲਾ ਜੀ ਕਹਿਣ ਲੱਗੇ ਵੀ ਇਹ ਤਾਂ ਮੇਰਾ ਗੁਰੂ ਪਹਿਲਾਂ ਹੀ ਮੈਨੂੰ ਜਾਚ ਸਿਖਾ ਗਿਆ ਹੈ ਵੀ ਦੇਗ ਵਿੱਚ ਕਿਵੇਂ ਉਬਾਲੇ ਖਾਈ ਦੇ। ਤੁਸੀਂ ਦੇਗ ਵਿੱਚ ਮੈਨੂੰ ਉਬਾਲੋ, ਕਿਉਂਕਿ ਕੱਪੜਾ ਜਿਹੜਾ ਹੈ ਜਿੰਨਾ ਉਬਾਲਿਆ ਜਾਂਦਾ ਹੈ ਨਾ ਓਨਾ ਗੂੜਾ ਰੰਗ ਚੜ੍ਹਦਾ ਹੈ। ਜਿੰਨਾ ਜ਼ਿਆਦਾ ਉਬਾਲੋਗੇ ਮੈਨੂੰ ਸਿੱਖੀ ਦਾ ਓਨਾ ਗੂੜਾ ਰੰਗ ਚੜ੍ਹੇਗਾ। ਉਹਨਾਂ ਜ਼ਾਲਮਾਂ ਨੇ ਭਾਈ ਦਿਆਲੇ ਨੂੰ ਉਬਾਲ ਕੇ ਤੇ ਸ਼ਹੀਦ ਕਰ ਦਿੱਤਾ। ਹੁਣ ਵਾਰੀ ਆਈ ਭਾਈ ਸਤੀ ਦਾਸ ਦੀ। ਭਾਈ ਸਤੀ ਦਾਸ ਨੂੰ ਉਹਨਾਂ ਜ਼ਾਲਮਾਂ ਨੇ ਰੂਹ ਵਿੱਚ ਲਵੇਟ ਕੇ ਤੇ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਸਰੀਰ 'ਤੇ ਰੂਹ ਬੰਨ੍ਹ ਕੇ ਨਾ ਤੇ ਅੱਗ ਲਾ ਦਿੱਤੀ। ਤੇ ਭਾਈ ਸਤੀ ਦਾਸ ਵੀ ਜਿਹੜੇ ਨੇ
वो भी अडोल रहे, डोले नहीं। गुरु तेग बहादुर महाराज जी बड़े प्रसन्न हुए कि मेरे तीनों सिख जिहड़े ने ना वो परीक्षा विचों पास होए ने, वो फेल नहीं होए। जिहड़ा गुरु हुंदा ना, टीचर हुंदा है, जदों वो अपने बच्चे तो उम्मीद लाउंदा है ना किसी गल दी, ते जदों वो बच्चा उम्मीद ते खरा उतरदा है तो उहनूं बड़ी खुशी हुंदी है। गुरु नूं बड़ी खुशी हुई, अज मेरे सिख ਪ੍ਰੀਖਿਆ ਵਿੱਚੋਂ ਪਾਸ ਹੋ ਗਏ ਨੇ, ਡੋਲੇ ਨਹੀਂ, ਇਹ ਘਬਰਾਏ ਨਹੀਂ, ਇਹ ਮੌਤ ਤੋਂ ਡਰੇ ਨਹੀਂ, ਬਲਕਿ ਇਹਨਾਂ ਨੇ ਲਾੜੀ ਮੌਤ ਨੂੰ ਹੱਸ ਕੇ ਵਿਆਹ ਲਿਆ। ਹੁਣ ਜਦੋਂ ਤਸੀਹੇ ਦੇ ਕੇ ਉਹਨਾਂ ਨੇ ਵੇਖਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਤਾਂ ਵੀ ਨਹੀਂ ਡੋਲੇ, ਉਹਨਾਂ ਨੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਖਿਆ, ਫਿਰ ਕਹਿਣ ਲੱਗੇ ਫਿਰ ਹੁਣ ਤੁਹਾਡੀ ਵਾਰੀ ਹੈ, ਹੁਣ ਤੁਸੀਂ ਤਿਆਰ ਹੋ ਜਾਓ। ਮਹਾਰਾਜ ਕਹਿਣ ਲੱਗੇ ਅਸੀਂ ਤਾਂ ਤਿਆਰੀ ਕਰਕੇ ਹੀ ਆਏ ਸਾਂ, ਅਸੀਂ ਤਾਂ ਆਨੰਦਪੁਰ ਤੋਂ ਤਿਆਰੀ ਕਰਕੇ ਆਏ ਸਾਂ, ਦੇਰ ਤਾਂ ਤੁਹਾਡੀ ਏ, ਤੁਸੀਂ ਦੇਰ ਕਰ ਰਹੇ ਹੋ, ਅਸੀਂ ਤਾਂ ਕਦੇ ਦੀ ਤਿਆਰੀ ਕਰਕੇ ਆਏ ਹਾਂ। ਉਹਨਾਂ ਨੇ 3 ਸਵਾਲ ਅੱਗੇ ਰੱਖੇ, ਕਹਿ ਲਗੇ ਇਹਨਾਂ 3 ਸਵਾਲਾਂ ਨੂੰ ਤੁਸੀਂ ਮੰਨ ਲਓ, ਜੇ ਤੁਸੀਂ ਮੰਨ ਜਾਓਗੇ ਤੁਹਾਨੂੰ ਛੱਡ ਦਿੱਤਾ ਜਾਵੇਗਾ। ਪਹਿਲੀ ਗੱਲ ਤਾਂ ਇਹ ਵੀ ਤੁਸੀਂ ਜਾਂ ਤਾਂ ਕਰਾਮਾਤ ਵਿਖਾ ਦਿਓ, ਕਰਾਮਾਤ ਵਿਖਾਓ। ਮਹਾਰਾਜ ਕਹਿ ਲਗੇ ਕਰਾਮਾਤ ਰੱਬ ਦੇ ਘਰ ਸ਼ਰੀਕੀ ਪੈਦਾ ਕਰ ਦਿੰਦੀ ਹੈ, ਤੇ ਅਸੀਂ ਰੱਬ ਦਾ ਸ਼ਰੀਕ ਨਹੀਂ ਬਣਦਾ। ਦੂਸਰੀ ਗੱਲ ਕਹਿ ਲਗੇ ਫਿਰ ਦੀਨ ਕਬੂਲ ਕਰ ਲਵੋ। ਕਹਿ ਲਗੇ ਅਸੀਂ ਕਿਸੇ ਦਾ ਧਰਮ ਬਚਾਉਣ ਵਾਸਤੇ ਆਏ ਹਾਂ, ਅਸੀਂ ਜੇ ਆਪਣਾ ਹੀ ਧਰਮ ਕਹਿਣ ਲਗੇ ਬਦਲ ਲਵਾਂਗੇ ਤੇ ਫਿਰ ਸਾਡਾ ਇੱਥੇ ਆਉਣ ਦਾ ਫਾਇਦਾ ਕੀ ਹੋਇਆ। ਅਸੀਂ ਤਾਂ ਕਿਸੇ ਦਾ ਧਰਮ ਬਚਾਉਣ ਵਾਸਤੇ ਆਏ ਹਾਂ, ਅਸੀਂ ਆਪਣਾ ਧਰਮ ਬਦਲਣ ਥੋੜ੍ਹਾ ਆਏ ਹਾਂ। ਉਹਨਾਂ ਆਖਿਆ ਫਿਰ ਠੀਕ ਹੈ ਤੁਸੀਂ ਮੌਤ ਪ੍ਰਵਾਨ ਕਰ ਲਓ। ਕਹਿ ਲਗੇ ਸਾਨੂੰ ਸ਼ਹੀਦੀ ਪ੍ਰਵਾਨ ਹੈ। ਆਖਰ ਦਿਨ ਚੜ੍ਹਿਆ, ਇੱਧਰੋਂ ਕਹਿ ਲਗੇ ਜਲਾਦ ਜਲਾਲੂਦੀਨ, ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸ ਤਰ੍ਹਾਂ ਬੈਠੇ ਨੇ, ਉਹ ਸਾਹਮਣੇ ਬੈਠਾ ਹੋਇਆ ਨਾ, ਉਹ ਇਸ ਤਰ੍ਹਾਂ ਐਨ ਆਪਣੀ ਜਿਹੜੀ ਤੇਗ ਸੀ ਨਾ ਉਹਨੂੰ ਤੇਜ਼ ਕਰ ਰਿਹਾ ਅਤੇ ਵਿਖਾ ਰਿਹਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਅਸੀਂ ਖਾਨਦਾਨੀ ਜਲਾਦ ਹਾਂ। ਇਸ ਤਰ੍ਹਾਂ ਤੇਜ਼ ਕਰ ਰਿਹਾ ਸੀ ਉਹਨੂੰ, ਕਿਉਂਕਿ ਧੜ ਤੋਂ ਸੀਸ ਵੱਖਰਾ ਕਰਨਾ ਸੀ ਨਾ, ਉਹ ਜਲਾਦ ਸੀ। ਉਹ ਕਹਿੰਦਾ ਸਾਡਾ ਖਾਨਦਾਨੀ ਕੰਮ ਹੈ, ਅਸੀਂ ਜਲਾਦ ਹਾਂ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ ਤੇਗ ਵਿਖਾ ਕੇ ਡਰਾ ਨਾ, ਅਸੀਂ ਵੀ ਖਾਨਦਾਨੀ ਸ਼ਹੀਦ ਹਾਂ। ਸਾਡਾ ਜਿਹੜਾ ਨਾ ਕਹਿਣ ਲੱਗੇ ਪਿਆਰਿਆ ਦਾਦਾ ਗੁਰੂ ਅਰਜਨ ਦੇਵ ਤੱਤੀ ਤਵੀ 'ਤੇ ਬਹਿ ਕੇ ਸ਼ਹੀਦ ਹੋਣ ਦੀ ਜਾਚ ਸਿਖਾ ਕੇ ਗਿਆ, ਉਬਲਦੀਆਂ ਦੇਗਾਂ ਵਿੱਚ ਬਹਿ ਕੇ ਗਿਆ, ਸਾਨੂੰ ਜਾਚ ਸਿਖਾ ਕੇ ਗਿਆ। ਇਸ ਕਰਕੇ ਅਸੀਂ ਖਾਨਦਾਨੀ ਕਹਿ ਲਗੇ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਡਰਾ ਨਾ। ਉੱਥੇ ਇੱਕ ਕਵੀ ਨੇ ਬੜੇ ਕਮਾਲ ਦੇ ਬੋਲ ਲਿਖੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਤਰ੍ਹਾਂ ਸਾਹਮਣੇ ਬੈਠੇ, ਜਲਾਦ ਸਾਹਮਣੇ ਬੈਠਾ ਤੇਗ ਵਿਖਾ ਰਿਹਾ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਤੇਗ ਬਹਾਦਰ ਨੇ ਨਾ, ਕਹਿਣ ਲੱਗੇ ਮੇਰਾ ਤਾਂ ਨਾਂ ਹੀ ਤੇਗ ਬਹਾਦਰ ਹੈ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1 2 ਨਹੀਂ ਪਰਖ ਲੈ 100 ਤੇਗਾਂ। ਅੱਜ ਇੱਕ ਤੇਗ ਦੀ ਗੱਲ ਨਹੀਂ, 2 ਦੀ ਨਹੀਂ, ਜੇ ਤੂੰ 100 ਤੇਗਾਂ ਵੀ ਲਿਆਵੇਂਗਾ ਤੇ ਇਹ ਤੇਗ ਬਹਾਦਰ 100 ਅੱਗੇ ਵੀ ਖਰਾ ਉਤਰੇਗਾ, ਇਹ ਦੌੜੇਗਾ ਨਹੀਂ, ਭੱਜੇਗਾ ਨਹੀਂ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1 2 ਨਹੀਂ ਪਰਖ ਲੈ 100 ਤੇਗਾਂ। ਕਹਿਣ ਲੱਗੇ ਅੱਗੇ ਬਚਨ ਕਰਦੇ ਨੇ ਕਿ ਪਿਆਰਿਆ ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਬਾਣੀ, ਵੇਖ ਬਾਪੂ ਦੀਆਂ ਪਹਿਨੀਆਂ 2 ਤੇਗਾਂ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ 2 ਤੇਗਾਂ ਪਹਿਨੀਆਂ ਸਨ। ਮੈਂ ਜੰਮਦਿਆਂ ਤੇਗਾਂ ਦੀ ਛਾਂ ਬਾਣੀ, ਵੇਖ ਬਾਪੂ ਦੀਆਂ ਪਹਿਨੀਆਂ 2 ਤੇਗਾਂ। ਕਹਿਣ ਲੱਗੇ ਮੈਨੂੰ ਐਵੇਂ ਤੇਗ ਵਿਖਾ ਕੇ ਡਰਾਈ ਨਾ ਜਾ, ਕਿਉਂਕਿ ਮੈਂ ਤੇਗਾਂ ਦੀ ਸ਼ਾਨ ਮਾਣ ਚੁੱਕਿਆ ਵਾਂ। ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਵੇਂ ਨਹੀਂ ਸਕਦੀਆਂ ਹੋ ਤੇਗਾਂ। ਕਹਿਣ ਲੱਗੇ ਮੈਨੂੰ ਤਾਂ ਮੈਦਾਨੇ ਜੰਗ ਦੇ ਵਿੱਚ ਇਹ ਖਿਤਾਬ ਮਿਲਿਆ ਸੀ ਤੇਗ ਬਹਾਦਰੀ ਦਾ, ਇਸ ਕਰਕੇ ਤੇਰੀਆਂ ਤੇਗਾਂ ਮੈਨੂੰ ਡਰਾ ਨਹੀਂ ਸਕਦੀਆਂ। ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਵੇਂ ਨਹੀਂ ਸਕਦੀਆਂ ਹੋ ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾਂ।
ਗੁਰੂ ਗੋਬਿੰਦ ਸਿੰਘ ਦੀ ਤੇਗ ਵਿੱਚੋਂ ਜਦੋਂ ਚਮਕੌਰ ਦੀ ਗੜੀ ਵਿੱਚ ਤੇਗ ਜਦੋਂ ਨਿਕਲਣੀ, ਤੇਰੀਆਂ ਲੱਖਾਂ ਤੇਗਾਂ ਦਾ ਪਤਾ ਨਹੀਂ ਲੱਗਣਾ ਜਾਣੀਆਂ ਕਿੱਥੇ ਨੇ। ਇਹ ਤੇਗ ਬਹਾਦਰ ਜੀ ਨੇ ਬਚਨ ਕੀਤੇ। ਸਤਿਗੁਰ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਨੇ, ਮਾਲਕ ਦੇ ਚਰਨਾਂ ਵਿੱਚ ਧਿਆਨ ਜੋੜਿਆ। ਗੁਰੂ ਪਿਆਰ ਵਾਲਿਓ, ਉਸ ਸਮੇਂ ਜਲਾਦ ਜਲਾਲੂਦੀਨ ਨੇ ਆ ਕੇ ਵਾਰ ਕੀਤਾ। ਪਾਤਸ਼ਾਹ ਜੀ ਅਡੋਲ ਬੈਠੇ, ਧੜ ਤੋਂ ਸੀਸ ਵੱਖਰਾ ਹੋ ਗਿਆ। ਕਹਿੰਦੇ ਨੇ ਇਤਿਹਾਸਕਾਰ, ਉਸ ਸਮੇਂ ਇੱਕ ਹਨੇਰੀ ਆਉਂਦੀ ਹੈ, ਇੱਕ ਹਨੇਰੀ ਆਈ ਹੈ। ਉਸ ਹਨੇਰੀ ਦੇ ਵਿੱਚ ਦੋ ਗੁਰੂ ਕੇ ਸਿੱਖ, ਇੱਕ ਭਾਈ ਜੈਤਾ ਜੀ। ਹੁਣ ਤੁਸੀਂ ਸੋਚੋਗੇ ਵੀ ਆਨੰਦਪੁਰ ਤੋਂ 5 ਸਿੱਖ ਨਾਲ ਤੁਰੇ ਸਨ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਉਦਾ ਜੀ, ਭਾਈ ਗੁਰਦਿੱਤਾ ਜੀ, ਭਾਈ ਜੈਤਾ ਜੀ ਕਿੱਥੋਂ ਆ ਗਏ? ਯਾਦ ਰੱਖਣਾ, ਭਾਈ ਜੈਤਾ ਜੀ ਦਿੱਲੀ ਦੀ ਦਿਲਵਾਲੀ ਗਲੀ ਦੇ ਰਹਿਣ ਵਾਲੇ ਨੇ। ਉਹ ਦਿੱਲੀ ਦੇ ਰਹਿਣ ਵਾਲੇ ਨੇ। ਉਹਨਾਂ ਨੂੰ ਪਤਾ ਲੱਗਿਆ ਸੀ ਨਾ ਜਦੋਂ ਵੀ ਇਹ ਭਾਣਾ ਵਰਤਣ ਵਾਲਾ, ਉਹਨਾਂ ਨੇ ਉਸ ਸਮੇਂ ਇਹ ਸਾਰੀ ਵਿਚਾਰ ਬੈਠ, ਕਿਉਂਕਿ ਉਹਨਾਂ ਕੋਲ ਭਾਈ ਉਦਾ ਜੀ ਤੇ ਭਾਈ ਗੁਰਦਿੱਤਾ ਜੀ ਘਰੇ ਉਹਨਾਂ ਦੇ ਰੁਕੇ ਸਨ। ਉਹਨਾਂ ਵਿਚਾਰ ਕੀਤੀ ਵੀ ਆਪਾਂ ਗੁਰੂ ਦਾ ਸੀਸ ਜਿਹੜਾ ਰਹਿਣ ਨਹੀਂ ਦੇਣਾ, ਸੀ ਆਨੰਦਪੁਰ ਲੈ ਕੇ ਜਾਣਾ। ਹੁਣ ਜਦੋਂ ਹਨੇਰੀ ਆਈ, ਮੌਕਾ ਪਾ ਕੇ ਉਹਨਾਂ ਨੇ ਉਹ ਸੀਸ ਚੁੱਕਿਆ ਤੇ ਭਾਈ ਜੈਤਾ ਜੀ ਸੀਸ ਲੈ ਕੇ ਤੇ ਆਨੰਦਪੁਰ ਨੂੰ ਉਹਨਾਂ ਨੇ ਚਾਲੇ ਪਾ ਦਿੱਤੇ। ਇੱਕ ਖਿੰਡ ਸਵਾਲ ਹੋਰ ਪੈਦਾ ਹੋਵੇਗਾ ਵੀ ਸੀਸ ਹੀ ਕਿਉਂ ਲੈ ਕੇ ਗਏ, ਧੜ ਕਿਉਂ ਨਹੀਂ? ਤੇ ਸੀਸ ਲਿਜਾਉਣ ਦਾ ਮਤਲਬ ਕੀ ਸੀ? ਸੀਸ ਲਿਜਾਉਣ ਦਾ ਮਤਲਬ ਸੀ ਗੁਰੂ ਦੀ ਸੋਚ ਕਦੀ ਗੁਲਾਮ ਨਹੀਂ ਹੋ ਸਕਦੀ। ਔਰੰਗਜ਼ੇਬ ਕਹਿੰਦਾ ਸੀ ਮੈਂ ਤੇਗ ਬਹਾਦਰ ਦੇ 4 ਟੁਕੜੇ ਕਰਕੇ ਦਿੱਲੀ ਦੇ 4 ਦਰਵਾਜ਼ਿਆਂ 'ਤੇ ਟੰਗਾਂਗਾ, ਪਰ ਉਹਦਾ ਉਹ ਮਨ ਵਿੱਚ ਹੀ ਖਿਆਲ ਰਹਿ ਗਿਆ। ਗੁਰੂ ਪਾਤਸ਼ਾਹ ਜੀ ਦਾ ਜਿਹੜਾ ਸੀਸ ਉਹ ਭਾਈ ਜੈਤਾ ਜੀ ਲੈ ਗਏ, ਤੇ ਜਿਹੜਾ ਧੜ ਸੀ ਉਹ ਗੁਰੂ ਕਾ ਪਿਆਰਾ ਬਾਬਾ ਲੱਖੀ ਸ਼ਾਹ ਵਣਜਾਰਾ। ਹੁਣ ਤੁਸੀਂ ਸੋਚੋ ਬਾਬਾ ਲੱਖੀ ਸ਼ਾਹ ਵਣਜਾਰਾ ਕੌਣ ਸਨ? ਕਈਆਂ ਨੂੰ ਇਹ ਵੀ ਨਹੀਂ ਪਤਾ ਹੋਣਾ। ਬਾਬਾ ਲੱਖੀ ਸ਼ਾਹ ਵਣਜਾਰਾ ਭਾਈ ਮਣੀ ਸਿੰਘ ਦੇ ਸਹੁਰਾ ਸਾਹਿਬ ਸਨ। ਭਾਈ ਮਣੀ ਸਿੰਘ ਦੇ ਭਰਾ ਭਾਈ ਦਿਆਲਾ ਜੀ ਜਿਹੜੇ ਗੁਰੂ ਦੇ ਸਾਹਮਣੇ ਸ਼ਹੀਦ ਹੁੰਦੇ ਨੇ, ਤੇ ਬਾਬਾ ਲੱਖੀ ਸ਼ਾਹ ਵਣਜਾਰਾ ਉਹ ਨੇ ਭਾਈ ਮਣੀ ਸਿੰਘ ਦੇ ਸਹੁਰਾ ਸਾਹਿਬ। ਉਹਨਾਂ ਨੇ ਫਿਰ ਧੜ ਜਿਹੜਾ ਚੁੱਕਿਆ, ਰਕਾਬਗੰਜ ਪਿੰਡ ਸੀ ਉਹਨਾਂ ਦਾ, ਘਰ ਸੀ ਉੱਥੇ। ਘਰ ਦੇ ਵਿੱਚ ਲਿਜਾ ਕੇ, ਉਹ ਗੱਡਿਆਂ ਦਾ ਕੰਮ ਸੀ ਉਹਨਾਂ ਦਾ, ਵਪਾਰੀ ਸਨ। ਉਹ ਗੱਡਿਆਂ 'ਤੇ ਲੱਦ ਕੇ ਕਿਸੇ ਤਰੀਕੇ ਨਾਲ ਲੈ ਕੇ ਗਏ, ਘਰ ਵਿੱਚ ਰੱਖ ਕੇ ਤੇ ਘਰ ਨੂੰ ਅੱਗ ਲਾ ਦਿੱਤੀ। ਇੱਥੇ ਕਿਸੇ ਅਦੀਬ ਨੇ ਬੜੇ ਪਿਆਰੇ ਬੋਲ ਕੇ ਨੇ ਕਹਿ ਕੇ ਮੈਂ ਸਮਾਪਤੀ ਕਰਾਂ, ਸਮਾਂ ਹੋ ਗਿਆ। ਇਤਿਹਾਸ ਬੜਾ ਵਿਸ਼ਾਲ ਹੈ, ਬਹੁਤ ਵੱਡਾ ਹੈ। ਜੇ ਦੀ ਵਿਚਾਰ ਕਰਨ ਲੱਗੀਏ ਤੇ ਫਿਰ ਬੜਾ ਸਮਾਂ ਚਾਹੀਦਾ ਹੈ ਔਰ ਬੜਾ ਅਮੋਲਕ ਹੈ। ਆਪਾਂ ਯਤਨ ਕਰਾਂਗੇ। ਹੁਣ ਦਿਨ ਅੱਗੇ ਸ਼ੁਰੂ ਹੁੰਦੇ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਇਤਿਹਾਸ ਰੋਜ਼ ਰਾਤ ਨੂੰ ਸਮਾਂ ਭਾਈ ਸਾਹਿਬ ਨੇ ਰੱਖਿਆ। ਰੋਜ਼ ਰਾਤ ਨੂੰ ਸ਼ਾਮ ਨੂੰ ਆਪਾਂ 15-20 ਮਿੰਟ ਵਿਚਾਰ ਕਰਿਆ ਕਰਾਂਗੇ। ਸਾਰਾ ਇਤਿਹਾਸ ਆਪਾਂ ਜਿਹੜਾ ਨਾਲ ਰਿਕਾਰਡਿੰਗ ਵੀ ਕਰਾਂਗੇ ਤੇ ਨਾਲ ਆਪਾਂ ਉਹ ਇਤਿਹਾਸ ਸਰਵਣ ਵੀ ਕਰਾਂਗੇ। ਸਾਨੂੰ ਪਤਾ ਹੋਣਾ ਚਾਹੀਦਾ। ਕਹਿਣ ਲੱਗੇ ਉਸ ਅਦੀਬ ਨੇ ਬੜਾ ਪਿਆਰਾ ਲਿਖਿਆ, ਬਾਬਾ ਲੱਖੀ ਸ਼ਾਹ ਵਣਜਾਰਾ ਧੜ ਨੂੰ ਲਿਜਾ ਕੇ ਆਪਣੇ ਘਰ ਵਿੱਚ ਸੰਸਕਾਰ ਕਰਦੇ ਨੇ। ਕਹਿ ਲੱਗੇ 2 ਸ਼ਾਹ ਹੋਏ ਨੇ। ਇੱਕ ਕਿਹੜਾ ਸੀ? ਇੱਕ ਉਹ ਸੀ ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਸੀ। ਇੱਕ ਉਹ ਸ਼ਾਹ ਜਿਹਨੇ ਪ੍ਰਗਟ ਕੀਤਾ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆ ਅੰਦਰ ਪ੍ਰਗਟ ਕਰਾਇਆ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆ ਵਿੱਚ ਪ੍ਰਗਟ ਕਰਵਾਇਆ। ਗੁਰੂ ਲਾਧੋ ਰੇ ਕੋਠੇ ਚੜ੍ਹ ਕੇ ਰੌਲਾ ਪਾਇਆ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆ ਅੰਦਰ ਲੁਕੋਇਆ। ਆਪਣੇ ਘਰ ਵਿੱਚ ਆਪਣੇ ਹੱਥੀਂ ਆਪਣੇ ਘਰ ਨੂੰ ਲਾਂਬੂ ਲਾਇਆ। ਇੱਕ ਸ਼ਾਹ ਉਹ ਸੀ ਜਿਹਨੇ ਕੋਠੇ ਚੜ੍ਹ ਕੇ ਆਖਿਆ ਗੁਰੂ ਲੱਭ ਗਿਆ ਜੀ, ਗੁਰੂ ਲਾਧੋ ਰੇ। ਤੇ ਇੱਕ ਸ਼ਾਹ ਉਹ ਸੀ ਜਿਹਨੇ ਘਰ ਵਿੱਚ ਲੁਕੋ ਕੇ ਤੇ ਧੜ ਦਾ ਸੰਸਕਾਰ ਕੀਤਾ। ਐਸੇ ਮਹਾਨ ਗੁਰਸਿੱਖ ਤੇ ਐਸੇ ਮਹਾਨ ਗੁਰੂ ਤੋਂ ਸਦਾ ਕੁਰਬਾਨ ਜਾਈਏ, ਸਦਕੇ ਜਾਈਏ, ਜਿਨ੍ਹਾਂ ਦੀ ਮਹਾਨ ਕੁਰਬਾਨੀ ਕਰਕੇ ਅੱਜ ਆਪਾਂ ਸਾਹ ਲੈ ਰਹੇ ਹਾਂ। ਮਹਾਰਾਜ ਕਿਰਪਾ ਕਰਨ, ਆਪ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।